ਬਾਬਾ ਗੁਰੂ ਤੇਗ ਬਹਾਦਰ ਕਹਿੰਦੇ ਜਿਹਨੂੰ ਹਿੰਦ ਦੀ ਚਾਦਰ, ਦਿੱਲੀ ਜਾ ਸੀਸ ਵਾਰਿਆ, ਪੰਡਤਾਂ ਦਾ ਵੇਖ ਨਿਰਾਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈ ਕੇ ਹਾਜ਼ਰ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ ਸਵਾਲ ਜਵਾਬ ਪ੍ਰਤੀਯੋਗਤਾ, ਕੌਣ ਬਣੇਗਾ ਗੁਰੂ ਦਾ ਪਿਆਰਾ। ਅਸੀਂ ਧੰਨਵਾਦ ਕਰਦੇ ਹਾਂ ਬੀਬੀ ਬਲਜੀਤ ਕੌਰ ਜੀ ਖਾਲਸਾ ਕੈਨੇਡਾ ਵਾਲੇ ਸੰਸਥਾ ਦੇ ਮੁਖੀ, ਬਾਬਾ ਬੁੱਢਾ ਸਾਹਿਬ ਜੀ ਇੰਟਰਨੈਸ਼ਨਲ ਰਾਗੀ ਅਤੇ ਗ੍ਰੰਥੀ ਸਭਾ, ਸਰਦਾਰ ਗੁਰਨਾਮ ਸਿੰਘ ਜੀ ਗੁਲਾਬ ਪੰਜਾਬ ਪ੍ਰਧਾਨ, ਬਾਬਾ ਬੁੱਢਾ ਸਾਹਿਬ ਜੀ ਇੰਟਰਨੈਸ਼ਨਲ ਰਾਗੀ ਅਤੇ ਗ੍ਰੰਥੀ ਸਭਾ ਅਤੇ ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ ਘੁਮਾਣ ਦੇ ਸਮੂਹ ਕਲਾਕਾਰਾਂ ਦਾ, ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਆਪ ਜੀ ਤੱਕ ਲੈ ਕੇ ਆ ਰਹੇ ਹਾਂ। ਜੋ ਵਿਦਿਆਰਥੀ ਅੱਜ ਮੇਰੇ ਨਾਲ ਇਸ ਪ੍ਰਤੀਯੋਗਤਾ ਦੇ ਵਿੱਚ ਸਵਾਲ ਜਵਾਬ ਚਰਚਾ ਦੇ ਵਿੱਚ ਸਵਾਲਾਂ ਦੇ ਜਵਾਬ ਦੇਵੇਗਾ, ਉਸ ਬੱਚੇ ਨੂੰ ਬੁਲਾਉਣ ਤੋਂ ਪਹਿਲਾਂ ਆਓ ਮਾਰਦੇ ਹਾਂ ਉਸ ਦੇ ਜੀਵਨ ਤੇ ਇੱਕ ਛੋਟੀ ਜਿਹੀ ਝਾਤ। ਪਿਤਾ ਗੁਰਮੇਜ ਸਿੰਘ ਸੰਧੂ ਅਤੇ ਮਾਤਾ ਰਿੰਪਲ ਕੌਰ ਦੀ ਲਾਡਲੀ ਧੀ ਨਵਰਾਜ ਕੌਰ ਪਿੰਡ ਦਕੋਹਾ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ। ਪੜ੍ਹਾਈ ਵਿੱਚ ਹੁਸ਼ਿਆਰ ਇਹ ਬੱਚੀ ਜਿੱਥੇ ਘਰ ਦੇ ਸਾਰੇ ਕੰਮਾਂ ਵਿੱਚ ਨਿਪੁੰਨ ਹੈ, ਉੱਥੇ ਇੱਕ ਚੰਗੀ ਚਿੱਤਰਕਾਰ ਵੀ ਹੈ। ਗੁਰੂ ਘਰ ਨਾਲ ਤੇ ਗੁਰਬਾਣੀ ਨਾਲ ਇਸ ਨੂੰ ਅਥਾਹ ਪਿਆਰ ਹੈ। ਆਓ ਅੱਜ ਇਸ ਪਿਆਰੀ ਜਿਹੀ ਬੱਚੀ ਦੇ ਨਾਲ ਅਸੀਂ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰ ਚਰਚਾ। ਸੋ ਆਓ ਮਿਲਦੇ ਹਾਂ ਜੀ ਸਾਡੇ ਅੱਜ ਦੇ ਪ੍ਰਤੀਯੋਗੀ ਨਵਰਾਜ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਨਵਰਾਜ ਠੀਕ ਠਾਕ ਬੇਟਾ? ਹਾਂਜੀ ਸਰ। ਕਿਵੇਂ ਪੂਰੀ ਤਿਆਰੀ? ਹਾਂਜੀ ਸਰ, ਤਿਆਰੀ ਪੂਰੀ ਕਰਕੇ ਆਏ ਆ। ਚਲੋ ਪਰਮੇਸ਼ਰ ਭਲੀ ਕਰੇਗਾ। ਹਾਂਜੀ। ਸੋ ਨਵਰਾਜ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਰੂਲਸ ਤੁਹਾਨੂੰ ਮੈਂ ਦੱਸ ਦਵਾਂ। ਅਸੀਂ ਤੁਹਾਡੇ ਕੋਲ ਕੁੱਲ 10 ਸਵਾਲ ਪੁੱਛਾਂਗੇ, 7 ਰਾਊਂਡ ਹੋਣਗੇ ਔਰ ਉਹਨਾਂ 7 ਰਾਊਂਡ ਦੇ ਵਿੱਚ ਜਿਹੜੇ 10 ਸਵਾਲ ਤੁਹਾਡੇ ਸਾਹਮਣੇ ਹਾਜ਼ਰ ਕੀਤੇ ਜਾਣਗੇ ਔਰ ਹਰ ਇੱਕ ਰਾਊਂਡ ਦੇ ਵੱਖੋ ਵੱਖਰੇ ਅੰਕ ਹੋਣਗੇ। ਠੀਕ ਹੈ ਬੇਟਾ? ਤੁਹਾਨੂੰ ਆਪਸ਼ਨਸ ਨਾਲ ਦਿੱਤੀਆਂ ਜਾਣਗੀਆਂ, ਤੁਸੀਂ ਸੋਚ ਸਮਝ ਕੇ ਜਿਹੜਾ ਇੱਕ ਆਪਸ਼ਨ ਚੁਣਨੀ ਹੈ। ਪਹਿਲੇ ਜਿਹੜੇ 5 ਰਾਊਂਡ ਆ ਉਹ ਬਿਨਾਂ ਕਿਸੇ ਨੈਗੇਟਿਵ ਮਾਰਕਿੰਗ ਦੇ ਚੱਲ ਰਹੇ ਆ। 6ਵੇਂ ਰਾਊਂਡ ਦੇ ਵਿੱਚ ਤੁਸੀਂ 50-50 ਲੈ ਸਕਦੇ ਹੋ, ਪਰ ਜੇ ਤੁਸੀਂ 50-50 ਲਓਗੇ ਤਾਂ ਤੁਹਾਡੇ 10 ਅੰਕ ਜਿਹੜੇ ਮਾਈਨਸ ਕਰ ਦਿੱਤੇ ਜਾਣਗੇ। ਔਰ ਜਿਹੜਾ ਲਾਸਟ ਆ ਉਹਦੇ ਵਿੱਚ ਅਸੀਂ 60 ਨੰਬਰ ਦਾ ਤੁਹਾਡੇ ਕੋਲ ਸਵਾਲ ਪੁੱਛਾਂਗੇ। ਜੇਕਰ ਤੁਸੀਂ ਉਹਦਾ ਜਵਾਬ ਸਹੀ ਦਿਓਗੇ ਤੁਹਾਨੂੰ 60 ਨੰਬਰ ਮਿਲਣਗੇ, ਪਰ ਜੇਕਰ ਰੱਬ ਨਾ ਕਰੇ ਉਸ ਸਵਾਲ ਦਾ ਆਨਸਰ ਗਲਤ ਹੋ ਜਾਂਦਾ ਤੇ ਤੁਹਾਡੇ 30 ਨੰਬਰ ਜਿਹੜੇ ਆ ਉਹ ਤੁਹਾਡੇ ਟੋਟਲ ਚੋਂ ਮਾਈਨਸ ਹੋ ਜਾਣੇ। ਪਰ ਘਬਰਾਉਣ ਦੀ ਲੋੜ ਨਹੀਂ ਆ, ਅਸੀਂ ਤੁਹਾਨੂੰ ਆਪਸ਼ਨ ਦੇਵਾਂਗੇ। ਤੁਹਾਡਾ ਦਿਲ ਕਰੇਗਾ ਤੇ ਤੁਸੀਂ ਉਹਦਾ ਜਵਾਬ ਦਿਓ, ਦਿਲ ਕਰੇਗਾ ਤੇ ਨਾ ਦਿਓ। ਜੇਕਰ ਤੁਸੀਂ ਕਹੋਗੇ ਕਿ ਮੈਂ ਇਸ ਦਾ ਜਵਾਬ ਨਹੀਂ ਦੇ ਸਕਦੀ ਤਾਂ ਫਿਰ ਤੁਹਾਡੇ ਨੰਬਰ ਜਿਹੜੇ ਆ ਉਹ ਸੇਫ ਹੀ ਰਹਿਣਗੇ, ਮਾਈਨਸ ਨਹੀਂ ਹੋਣਗੇ। ਠੀਕ ਹੈ ਬੇਟਾ? ਸੋ ਕਰੀਏ ਸ਼ੁਰੂ। ਹਾਂਜੀ। ਸੋ ਨਵਰਾਜ, ਤੁਹਾਡੇ ਸਾਹਮਣੇ 5 ਪੈਕਟ ਪਏ ਹੋਏ ਆ ਜਿਨ੍ਹਾਂ ਵਿੱਚ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਨਾਲ ਜਿਹੜੇ ਸੰਬੰਧਿਤ ਆ ਸਵਾਲ ਦਰਜ ਆ। ਸੋ ਇਹਨਾਂ ਵਿੱਚੋਂ ਇੱਕ ਪੈਕਟ ਤੁਸੀਂ ਚੱਕ ਕੇ ਮੈਨੂੰ ਦੇਣਾ ਹੈ। ਸਾਡੀ ਅੱਜ ਦੀ ਪ੍ਰਤੀਯੋਗੀ ਨਵਰਾਜ ਕੌਰ ਨੇ ਚੁੱਕਿਆ ਹੈ ਜੀ ਕੌਣ ਬਣੇਗਾ ਗੁਰੂ ਦਾ ਪਿਆਰਾ ਦੇ ਵਿੱਚ ਲਿਫਾਫਾ ਨੰਬਰ 8। ਸੋ ਨਵਰਾਜ, ਸ਼ੁਰੂ ਕਰੀਏ ਪਹਿਲਾ ਰਾਊਂਡ। ਹਾਂਜੀ ਸਰ। ਠੀਕ ਹੈ ਜੀ, ਮੈਂ ਦੱਸ ਦਵਾਂ ਨਵਰਾਜ ਕਿ ਪਹਿਲੇ ਰਾਊਂਡ ਦੇ ਸਵਾਲ ਦਾ ਜੇਕਰ ਤੁਸੀਂ ਸਹੀ ਜਵਾਬ ਦਿੰਦੇ ਹੋ ਤਾਂ ਤੁਹਾਨੂੰ 10 ਅੰਕ ਮਿਲਣਗੇ। ਹਾਂਜੀ। ਸੋ ਪਹਿਲਾ ਸਵਾਲ ਹੈ ਜੀ, ਗੁਰੂ ਤੇਗ ਬਹਾਦਰ ਜੀ ਘਰ ਕਿੰਨੇ ਪੁੱਤਰਾਂ ਨੇ ਜਨਮ ਲਿਆ? 2, 3, 1 ਜਾਂ ਫਿਰ 4? ਸਰ ਮੈਂ ਆਪਸ਼ਨ ਨੰਬਰ 3 ਤੇ ਜਾਣਾ ਚਾਹਾਂਗੀ। 1। ਡਨ? ਹਾਂਜੀ। 100%? ਹਾਂਜੀ। ਲੌਕ ਕਰ ਲਿਆ ਜਾਵੇ? ਹਾਂਜੀ। ਸੋ ਕੰਪਿਊਟਰ ਜੀ, ਨਵਰਾਜ ਕਹਿ ਰਹੀ ਹੈ ਕਿ ਆਪਸ਼ਨ ਨੰਬਰ 3 ਨੂੰ ਲੌਕ ਕਰ ਲਿਆ ਜਾਏ। ਸੋ ਆਪਸ਼ਨ ਨੰਬਰ 3 ਜਿਹੜੀ ਆ ਉਹ ਲੌਕ ਕਰ ਦਿੱਤੀ ਜਾਏ। ਨਵਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪਤਨੀ ਕੌਣ ਹਨ? ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੁਪਤਨੀ ਦਾ ਨਾਂ ਮਾਤਾ ਗੁਜਰੀ ਜੀ ਹੈ। ਮਾਤਾ ਗੁਜਰ ਕੌਰ ਜੀ। ਹਾਂਜੀ। ਇਤਿਹਾਸ ਵਿੱਚ ਸਿਰਫ ਮਾਤਾ ਗੁਜਰੀ ਜੀ ਹੀ ਸਨ ਜਿਨ੍ਹਾਂ ਦੇ ਪਤੀ ਸ਼ਹੀਦ, ਉਹਨਾਂ ਦੇ ਬੇਟੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦਾਂ ਵਿੱਚ ਗਿਣੇ ਜਾਂਦੇ ਨੇ। ਉਹਨਾਂ ਦੇ ਪੋਤਰੇ 4 ਸਾਹਿਬਜ਼ਾਦੇ ਵੀ ਸ਼ਹੀਦ ਹਨ। ਸਭ ਤੋਂ ਵੱਡੀ ਗੱਲ ਆ ਕਿ ਮਾਤਾ ਗੁਜਰ ਕੌਰ ਜੀ ਨੇ ਜਿਹੜਾ ਸਭ ਤੋਂ ਵੱਡਾ ਯੋਗਦਾਨ ਸੀ ਉਹ ਸੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਠੰਡੇ ਬੁਰਜ ਦੇ ਵਿੱਚ। ਹਾਂਜੀ। ਸੋ ਚੱਲਦੇ ਹਾਂ ਕੰਪਿਊਟਰ ਦੇ ਕੋਲ। ਹਾਂਜੀ। ਤੁਹਾਡੇ ਪਹਿਲੇ ਜਿਹੜਾ ਤੁਸੀਂ ਸਵਾਲ ਦਾ ਜਵਾਬ ਦਿੱਤਾ ਹੈ ਆਪਸ਼ਨ ਨੰਬਰ 3। ਸੋ ਕੰਪਿਊਟਰ ਜੀ ਦੱਸਿਆ ਜਾਵੇ ਪਹਿਲੇ ਸਵਾਲ ਦਾ ਸਹੀ ਜਵਾਬ। ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 3, 1। ਬਿਲਕੁਲ।
ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਕਲੌਤੇ ਪੁੱਤਰ ਨੇ। ਨਵਰਾਜ ਦੂਸਰੇ ਰਾਊਂਡ ਵੱਲ ਚਲੀਏ। ਹਾਂਜੀ ਦੂਸਰੇ ਰਾਊਂਡ ਦੇ ਵਿੱਚ ਅਸੀਂ ਤੁਹਾਨੂੰ 2 ਸਵਾਲ ਪੁੱਛਾਂਗੇ। ਜੇਕਰ ਤੁਸੀਂ ਇੱਕ ਸਵਾਲ ਦਾ ਸਹੀ ਜਵਾਬ ਦਿਓਗੇ ਤਾਂ ਤੁਹਾਨੂੰ ਮਿਲਣਗੇ ਸਿਰਫ 10 ਅੰਕ, ਪਰ ਜੇਕਰ ਤੁਸੀਂ ਦਿੰਦੇ ਹੋ ਦੋਨਾਂ ਸਵਾਲਾਂ ਦਾ ਸਹੀ ਜਵਾਬ ਤੇ ਤੁਹਾਨੂੰ ਮਿਲ ਸਕਦੇ ਨੇ 30 ਅੰਕ। ਸੋ ਚਲਿਏ ਜੀ ਦੂਸਰੇ ਰਾਊਂਡ ਵੱਲ। ਹਾਂਜੀ ਸੋ ਕੰਪਿਊਟਰ ਜੀ ਬਿਨਾਂ ਕਿਸੇ ਦੇਰੀ ਦੇ ਦੂਸਰੇ ਰਾਊਂਡ ਦਾ ਪਹਿਲਾ ਸਵਾਲ ਨਵਰਾਜ ਕੌਰ ਦੀ ਲੈਪਟਾਪ ਦੀ ਸਕਰੀਨ ਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਕਿੰਨਾਂ ਦੀ ਬੇਟੀ ਨਾਲ ਹੋਇਆ? ਮਾਤਾ ਕਿਸ਼ਨ ਕੌਰ ਜੀ ਦੀ ਬੇਟੀ ਨਾਲ, ਮਾਤਾ ਬਿਸ਼ਨ ਕੌਰ ਜੀ ਦੀ ਬੇਟੀ ਨਾਲ, ਮਾਤਾ ਆਨੰਦ ਕੌਰ ਜੀ ਦੀ ਬੇਟੀ ਨਾਲ, ਜਾਂ ਫਿਰ ਮਾਤਾ ਲਾਲ ਕੌਰ ਜੀ ਦੀ ਬੇਟੀ ਨਾਲ? ਸਰ ਮੈਂ ਆਪਸ਼ਨ ਨੰਬਰ 2 ਮਾਤਾ ਬਿਸ਼ਨ ਕੌਰ ਜੀ ਦੀ ਬੇਟੀ ਨਾਲ। ਪੱਕਾ? ਹਾਂਜੀ ਟਾਈਮ ਹੈ ਅਜੇ ਨਹੀਂ ਸੋਚਣ ਸਰ ਦਾ। ਪੱਕਾ। ਡਨ? ਹਾਂਜੀ। ਲੌਕ ਕਰ ਲਿਆ ਜਾਏ। ਹਾਂਜੀ ਸੋ ਕੰਪਿਊਟਰ ਜੀ ਨਵਰਾਜ ਕਹਿ ਰਹੀ ਹੈ ਕਿ ਆਪਸ਼ਨ ਨੰਬਰ 2 ਨੂੰ ਲੌਕ ਕਰ ਲਿਆ ਜਾਏ ਤੇ ਨਾਲ ਹੀ ਸਾਨੂੰ ਇਹਦਾ ਸਹੀ ਜਵਾਬ ਵੀ ਦੱਸ ਦਿੱਤਾ ਜਾਏ। ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 2 ਮਾਤਾ ਬਿਸ਼ਨ ਕੌਰ ਜੀ ਦੀ ਬੇਟੀ ਨਾਲ। ਅੱਛਾ ਅਗਲੇ ਸਵਾਲ ਵੱਲ ਚਲੀਏ। ਹਾਂਜੀ ਸਰ ਠੀਕ ਹੈ ਜੀ। ਸੋ ਕੰਪਿਊਟਰ ਜੀ ਰਾਊਂਡ ਨੰਬਰ 2 ਦਾ ਦੂਸਰਾ ਸਵਾਲ ਨਵਰਾਜ ਕੌਰ ਦੇ ਲੈਪਟਾਪ ਦੀ ਸਕਰੀਨ ਤੇ। ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਡੇ ਪੋਤਰੇ ਦਾ ਕੀ ਨਾਮ ਹੈ? ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਜਾਂ ਫਿਰ ਸਾਹਿਬਜ਼ਾਦਾ ਫਤਿਹ ਸਿੰਘ ਜੀ? ਸਰ ਮੈਂ ਆਪਸ਼ਨ ਨੰਬਰ 2 ਸਾਹਿਬਜ਼ਾਦਾ ਅਜੀਤ ਸਿੰਘ ਤੇ ਜਾਣਾ ਚਾਹੁੰਦੀ ਕੀ ਲੱਗਦਾ ਹੈ? ਸਹੀ ਸਹੀ ਹੈ? ਹੈ। ਪੱਕਾ? ਹਾਂਜੀ ਪੂਰਾ ਭਰੋਸਾ ਹੈ? ਹਾਂਜੀ ਠੀਕ ਹੈ। ਸੋ ਕੰਪਿਊਟਰ ਜੀ ਆਪਸ਼ਨ ਨੰਬਰ 2 ਸਾਹਿਬਜ਼ਾਦਾ ਅਜੀਤ ਸਿੰਘ ਜੀ ਲੌਕ ਕਰ ਲਿਆ ਜਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਪੁੱਤਰ ਹਨ? ਸਰ 4। 4। ਹਾਂਜੀ। ਚਾਰੋਂ ਵੱਖ-ਵੱਖ ਜਗ੍ਹਾ ਤੇ ਸ਼ਹੀਦ ਹੋਏ। ਹਾਂਜੀ। ਕਿਹੜੀ-ਕਿਹੜੀ ਜਗ੍ਹਾ ਤੇ ਸ਼ਹੀਦ ਹੋਏ? ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 4 ਪੋਤਰੇ ਸਨ। ਉਹਨਾਂ ਵਿੱਚ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ ਜੀ। ਤੇ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਦਿੱਤੇ ਗਏ ਸੀ। ਔਰ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਵੱਡੇ ਸਾਹਿਬਜ਼ਾਦੇ ਸੀ, ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਗੱਲ ਕੀਤੀ, ਉਹਨਾਂ ਨਾਲ ਮਾਤਾ ਗੁਜਰ ਕੌਰ ਜੀ ਸਨ, ਹਨ? ਹਾਂਜੀ ਔਰ ਵੱਡੇ ਸਾਹਿਬਜ਼ਾਦਿਆਂ ਨਾਲ ਕੌਣ ਚਮਕੌਰ ਦੀ ਗੜੀ ਵਿੱਚ ਉਹਨਾਂ ਬੱਚਿਆਂ ਦੇ ਨਾਲ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਹਾਂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਦੇਖੋ ਹਾਂਜੀ। ਕਿੱਡਾ ਵੱਡਾ ਇਤਿਹਾਸ ਆ। ਇੱਕ ਪਾਸੇ ਪੁੱਤਰ ਨੇ ਦੋਨੋਂ ਪੁੱਤ ਤੋਰੇ ਸ਼ਹੀਦ ਹੋਣ ਲਈ ਤੇ ਇੱਕ ਪਾਸੇ ਦਾਦੀ ਨੇ ਪੋਤੇ ਤੋਰੇ। ਹਾਂਜੀ ਕੀ ਬਾਤ ਹੈ ਜੀ। ਮਾਣ ਹੈ ਜੀ ਸਾਨੂੰ ਸਾਡੇ ਇਤਿਹਾਸ ਦੇ ਉੱਪਰ, ਸਾਡੇ ਵਿਰਸੇ ਦੇ ਉੱਪਰ ਔਰ ਇਹਨਾਂ ਸ਼ਹਾਦਤਾਂ ਦੇ ਉੱਪਰ ਜਿਹੜੀਆਂ ਛੋਟੀ ਉਮਰ ਦੇ ਵਿੱਚ ਵੱਡੀਆਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਸੋ ਚਲਿਏ ਨਵਰਾਜ ਕੰਪਿਊਟਰ ਜੀ ਕੋ ਚੱਲਦੇ ਹਾਂ ਇਹ ਜਾਣਨ ਲਈ ਕਿ ਤੁਹਾਡਾ ਜਿਹੜਾ ਦੂਸਰਾ ਸਵਾਲ ਸੀ, ਜਿਹਦਾ ਆਪਸ਼ਨ ਨੰਬਰ 2 ਤੁਸੀਂ ਲਿਆ, ਕਿ ਉਹ ਸਹੀ ਹੈ ਜਾਂ ਗਲਤ? ਹਾਂਜੀ ਸੋ ਕੰਪਿਊਟਰ ਜੀ ਸਹੀ ਜਵਾਬ ਦੱਸਿਆ ਜਾਏ। ਸਹੀ ਜਵਾਬ ਹੈ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਆਪਸ਼ਨ ਨੰਬਰ 2। ਨਵਰਾਜ ਕੌਰ ਤੁਹਾਨੂੰ ਮਿਲ ਗਏ ਨੇ ਇਸ ਰਾਊਂਡ ਦੇ ਵੀ 30 ਅੰਕ, ਯਾਨੀ ਕਿ ਤੁਹਾਡੇ ਖਾਤੇ ਵਿੱਚ ਕੁੱਲ 40 ਅੰਕ ਹੋ ਗਏ ਨੇ। ਹਾਂਜੀ ਅਸੀਂ ਰਾਊਂਡ ਨੰਬਰ 3 ਤੇ ਚੱਲਦੇ ਹਾਂ। ਹਾਂਜੀ ਤੀਸਰੇ ਰਾਊਂਡ ਦੇ ਵਿੱਚ ਵੀ ਅਸੀਂ 2 ਸਵਾਲ ਪੁੱਛਾਂਗੇ। ਹਾਂਜੀ ਇੱਕ ਸਵਾਲ ਦਾ ਸਹੀ ਜਵਾਬ ਦਿਓਗੇ ਤੇ ਸਿਰਫ 15 ਅੰਕ ਮਿਲਣਗੇ। ਦੋਨਾਂ ਦਾ ਸਹੀ ਦੇ ਦੋਗੇ ਤੇ 40 ਅੰਕ। ਗੁਰੂ ਤੇਗ ਬਹਾਦਰ ਜੀ ਨੇ ਕਿਸ ਜੰਗ ਵਿੱਚ ਤੇਗ ਦੇ ਜੋਹਰ ਦਿਖਾਏ? ਅਨੰਦਪੁਰ ਸਾਹਿਬ ਦੀ ਜੰਗ ਵਿੱਚ, ਦਿੱਲੀ ਦੀ ਜੰਗ ਵਿੱਚ, ਕਰਤਾਰਪੁਰ ਦੀ ਜੰਗ ਵਿੱਚ, ਜਾਂ ਫਿਰ ਭੰਗਾਣੀ ਦੀ ਜੰਗ ਵਿੱਚ? ਸਰ ਮੈਂ ਆਪਸ਼ਨ ਨੰਬਰ 3 ਕਰਤਾਰਪੁਰ ਦੀ ਜੰਗ ਵਿੱਚ ਜਾਣਾ ਚਾਹਾਂਗੀ। ਕਰਤਾਰਪੁਰ ਦੀ ਜੰਗ ਵਿੱਚ? ਹਾਂਜੀ ਸਰ ਸੋ ਕੰਪਿਊਟਰ ਜੀ ਲੌਕ ਕਰ ਦਿੱਤਾ ਜਾਵੇ ਆਪਸ਼ਨ ਨੰਬਰ 3 ਕਰਤਾਰਪੁਰ ਦੀ ਜੰਗ ਵਿੱਚ। ਅੱਛਾ ਨਵਰਾਜ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ? ਸਰ ਮੈਨੂੰ ਪੂਰਾ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਅੱਛਾ ਤੁਸੀਂ ਇਸ ਪ੍ਰਤੀਯੋਗਤਾ ਦੇ ਵਿੱਚ ਆਏ ਹੋ, ਕੀ ਰੀਜ਼ਨ ਹੈ? ਇੱਕ ਮੁਕਾਬਲੇ ਦੀ ਭਾਵਨਾ ਨਾਲ ਆਏ ਹੋ ਕਿ ਜਾਂ ਤੁਹਾਡਾ ਮਨ ਸੀਗਾ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਿਆ ਜਾਵੇ ਔਰ ਉਸ ਦੇ ਬਾਰੇ ਮਤਲਬ ਗੱਲਬਾਤ ਕੀਤੀ ਜਾਏ? ਸਰ ਮੇਰਾ ਤਾਂ ਇਹੀ ਸੀਗਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਹੋਰ ਪਤਾ ਲੱਗੇਗਾ ਮੈਨੂੰ। ਮੁਕਾਬਲੇ 'ਚ ਚਾਹੇ ਮੈਂ ਫਸਟ ਆਵਾਂ ਨਾ ਆਵਾਂ, ਪਰ ਮੈਨੂੰ ਇਹ ਸੀਗਾ ਕਿ ਮੈਂ ਕੁਝ ਗੁਰੂ ਜੀ ਦੇ ਜੀਵਨ ਤੋਂ ਕੁਝ ਹਾਸਲ ਕਰਾਂਗੀ, ਕੁਝ ਮੈਨੂੰ ਗੁਰੂ ਜੀ ਦੇ ਜੀਵਨ ਬਾਰੇ ਪਤਾ ਲੱਗੇਗਾ। ਕੀ ਬਾਤ। ਹਾਂਜੀ ਦੇਖੋ ਜੀ ਕਿੰਨੀ ਵਧੀਆ ਗੱਲ ਦੱਸੀ ਹੈ ਨਵਰਾਜ ਕੌਰ ਨੇ। ਇਹ ਪ੍ਰਤੀਯੋਗਤਾ ਇੱਕ ਨਾਮ ਜ਼ਰੂਰ ਆ ਕਿ ਪ੍ਰਤੀਯੋਗਤਾ ਹੈ, ਇਨਾਮ ਮਿਲੇਗਾ, ਪਰ
ਮੇਨ ਜਿਹੜਾ ਇਹਦਾ ਮਕਸਦ ਹੈ ਇਸ ਪ੍ਰਤੀਯੋਗਤਾ ਦਾ ਉਹ ਹੈ ਕਿ ਜੇਕਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਚਰਚਾ ਕਰੀਏ, ਉਹਦੇ ਬਾਰੇ ਗੱਲਬਾਤ ਕਰੀਏ, ਬੱਚੇ ਉਹਨਾਂ ਦਾ ਹਿਸਟਰੀ ਨੂੰ ਪੜ੍ਹਨ। ਸੋ ਚੱਲਦੇ ਹਾਂ ਜੀ ਕੰਪਿਊਟਰ ਜੀ ਕੋਲ। ਕੰਪਿਊਟਰ ਜੀ, ਤੀਸਰੇ ਰਾਊਂਡ ਦਾ ਪਹਿਲੇ ਸਵਾਲ ਦਾ ਸਹੀ ਜਵਾਬ ਦੱਸਿਆ ਜਾਏ। ਸਹੀ ਜਵਾਬ ਹੈ ਜੀ ਕਰਤਾਰਪੁਰ ਦੀ ਜੰਗ ਵਿੱਚ, ਆਪਸ਼ਨ ਨੰਬਰ 3। ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਗੁਰੂ ਸਾਹਿਬ ਜੀ ਨੇ ਜਦੋਂ ਤੇਗ ਦੇ ਜੋਹਰ ਕਰਤਾਰਪੁਰ ਦੀ ਜੰਗ ਵਿੱਚ ਦਿਖਾਏ ਤਾਂ ਕਹਿੰਦੇ ਪਿਤਾ ਨੂੰ, ਜਿਹੜੇ ਪਿਤਾ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਦੇਖੋ ਇਤਿਹਾਸ ਨੂੰ ਪੜ੍ਹੋ, ਸਾਨੂੰ ਕਿੰਨਾ ਕੁਝ ਸਿੱਖਣ ਲਈ ਮਿਲਦਾ। ਇੱਕ ਪੁੱਤਰ ਜੰਗ ਦੇ ਮੈਦਾਨ ਵਿੱਚ ਲੜ ਰਿਹਾ ਵਾ, ਸਾਡੇ ਬੱਚਾ ਕੋਈ ਮੁਸ਼ਕਲ ਦੀ ਘੜੀ ਦੇ ਵਿੱਚ ਅਸੀਂ ਦੁੱਖ ਦੇ ਵਿੱਚ ਪੈ ਜਾਂਦੇ ਹਾਂ, ਪਰ ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੰਗ ਦੇ ਜੋਹਰ ਦਿਖਾ ਰਹੇ ਨੇ ਤੇ ਪਿਤਾ ਜੀ ਜਿਹੜੇ ਉਹਨਾਂ ਨੂੰ ਦੇਖ ਰਹੇ ਨੇ ਤੇ ਖੁਸ਼ ਹੋ ਕੇ ਜਦੋਂ ਜੋਹਰ ਦਿਖਾਏ ਨੇ ਤੇ ਖੁਸ਼ ਹੋ ਕੇ ਕਹੇ ਕਿ ਅੱਜ ਤੋਂ ਤੂੰ ਤੇਗ ਮੰਨ ਲੈਣੀ, ਤੂੰ ਤਾਂ ਤੇਗ ਬਹਾਦਰ ਹੈ, ਤੇਗ ਦਾ ਧਨੀ ਹੈ। ਅਗਲਾ ਸਵਾਲ ਵੀ ਇਸੇ ਜੰਗ ਦੇ ਨਾਲ ਰਿਲੇਟਡ ਹੈ। ਸੋ ਅਗਲਾ ਸਵਾਲ ਰਾਊਂਡ ਨੰਬਰ 3 ਦਾ ਦੂਸਰਾ ਸਵਾਲ ਨਵਰਾਜ ਕੌਰ ਦੇ ਲੈਪਟਾਪ ਦੀ ਸਕਰੀਨ। ਕਰਤਾਰਪੁਰ ਦੀ ਜੰਗ ਕਿਸ ਨਾਲ ਹੋਈ? ਮੁਹੰਮਦ ਖਾਨ ਨਾਲ, ਪੈਂਦੇ ਖਾਨ ਨਾਲ, ਸ਼ੇਰ ਖਾਨ ਨਾਲ ਜਾਂ ਫਿਰ ਅਲੀ ਖਾਨ ਨਾਲ? ਸਰ ਮੈਂ ਆਪਸ਼ਨ ਨੰਬਰ 2 ਪੈਂਦੇ ਖਾਨ ਨਾਲ। ਆਪਸ਼ਨ ਨੰਬਰ 2 ਲੈਣਾ ਚਾਹੋਗੇ? ਲੌਕ ਕਰ ਦਿੱਤਾ ਜਾਏ। ਹਾਂਜੀ। ਸੋ ਕੰਪਿਊਟਰ ਜੀ ਲੌਕ ਕਰ ਦਿੱਤਾ ਜਾਵੇ ਆਪਸ਼ਨ ਨੰਬਰ 2। ਨਾਲ ਹੀ ਸਾਨੂੰ ਇਸ ਦਾ ਸਹੀ ਜਵਾਬ ਵੀ ਦੱਸ ਦਿੱਤਾ ਜਾਏ। ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 2 ਪੈਂਦੇ ਖਾਨ ਨਾਲ। ਨਵਰਾਜ, ਅਗਲੇ ਰਾਊਂਡ ਨੰਬਰ 4 ਦੇ ਵਿੱਚ ਅਸੀਂ ਜਿਹੜਾ ਤੁਹਾਨੂੰ ਸਵਾਲ ਪੁੱਛਾਂਗੇ ਉਹ ਇੱਕ ਹੀ ਪੁੱਛਾਂਗੇ ਤੇ ਉਹਦੇ 20 ਅੰਕ ਹੋਣਗੇ। ਸੋ ਚਲਿਏ ਅਗਲੇ ਰਾਊਂਡ ਵੱਲ। ਹਾਂਜੀ ਸਰ। ਸੋ ਰਾਊਂਡ ਨੰਬਰ 4 ਦਾ ਜੋ ਸਵਾਲ ਹੈ ਜੀ ਨਵਰਾਜ ਕੌਰ ਦੇ ਲੈਪਟਾਪ ਦੀ ਸਕਰੀਨ। ਗੁਰੂ ਤੇਗ ਬਹਾਦਰ ਜੀ ਦੇ ਨਾਨਾ ਜੀ ਦਾ ਨਾਮ ਦੱਸੋ। ਹਰੀ ਚੰਦ ਜੀ, ਲਾਲ ਚੰਦ ਜੀ, ਧੀਰ ਚੰਦ ਜੀ ਜਾਂ ਫਿਰ ਮੱਖਣ ਚੰਦ ਜੀ? ਸਰ ਆਪਸ਼ਨ ਨੰਬਰ 2 ਲਾਲ ਚੰਦ। ਡਨ? ਹਾਂਜੀ। ਸੋਚ ਸਕਦੇ ਹੋ ਜੀ? ਹਾਂਜੀ ਲੌਕ ਕਰ ਦਿਓ। ਪੱਕਾ? ਹਾਂਜੀ। ਸੋ ਕੰਪਿਊਟਰ ਜੀ ਲੌਕ ਕਰ ਦਿੱਤਾ ਜਾਵੇ ਆਪਸ਼ਨ ਨੰਬਰ 2। ਬਿਨਾਂ ਕਿਸੇ ਦੇਰੀ ਤੇ ਚੱਲਦੇ ਹਾਂ ਜੀ ਸਾਡੇ ਕੰਪਿਊਟਰ ਦੇ ਕੋਲ ਔਰ ਜਾਣਦੇ ਹਾਂ ਰਾਊਂਡ ਨੰਬਰ 4 ਦੇ ਪਹਿਲੇ ਸਵਾਲ ਦਾ ਸਹੀ ਜਵਾਬ। ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 1 ਹਰੀ ਚੰਦ ਜੀ। ਕੋਈ ਗੱਲ ਨਹੀਂ, ਅੱਗੇ ਰਾਊਂਡ ਪਏ ਨੇ। ਹਾਂਜੀ। ਸੋ ਹੌਸਲਾ ਨਹੀਂ ਹਾਰਨਾ। ਨਵਰਾਜ, ਕੀ ਸ਼ੌਂਕ ਰੱਖਦੇ ਹੋ? ਸਰ ਮੈਨੂੰ ਪੇਂਟਿੰਗ ਦਾ ਅੱਛਾ, ਤੇ ਕਿਤਾਬਾਂ ਪੜ੍ਹਨ ਦਾ ਜਾਂ ਗੁਰੂਆਂ ਦੇ ਇਤਿਹਾਸ ਬਾਰੇ ਜਾਣਨ ਦਾ ਬਹੁਤ ਸ਼ੌਂਕ ਹੈ। ਇਤਿਹਾਸ ਨਾਲ ਰਿਲੇਟਡ ਬੁੱਕਸ ਵੀ ਪੜ੍ਹਦੇ ਹੋ ਹਨਾ? ਹਾਂਜੀ। ਤੇ ਪਾਠ ਵੀ ਕਰਦੇ ਹੋ ਨਵਰਾਜ? ਹਾਂਜੀ ਸਰ, ਮੈਂ ਡੇਲੀ ਪਾਠ ਕਰਦੀ ਹਾਂ। ਅੱਛਾ, ਕਈ ਵਾਰ ਕੁਝ ਸੋਚਦੇ ਅਸੀਂ ਅੰਮ੍ਰਿਤ ਵੇਲੇ ਕਰਦੇ ਹਾਂ, ਕੁਝ ਕਹਿੰਦੇ ਅਸੀਂ ਸ਼ਾਮ ਵੇਲੇ ਕਰਦੇ ਹਾਂ, ਨਹੀਂ, ਕੁਝ ਨਹੀਂ। ਅਜੇ ਵੀ ਆ ਜਿਹੜੇ ਦੋਨੋਂ ਸਮੇਂ ਵੀ ਕਰਦੇ ਆ। ਤੁਸੀਂ ਕੀ ਕਰਦੇ ਹੋ? ਨਹੀਂ ਸਰ, ਮੈਂ ਅੰਮ੍ਰਿਤ ਵੇਲੇ ਕਰਦੀ ਹਾਂ ਪਾਠ, ਬਾਅਦ ਵਿੱਚ ਮੈਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੀ ਹਾਂ ਤੇ ਰਾਤ ਨੂੰ ਸੌਣ ਲੱਗੇ ਸੋਹਿਲਾ ਸਾਹਿਬ ਦਾ ਪਾਠ ਕਰਦੀ ਹਾਂ। ਨਵਰਾਜ, ਮੈਂ ਦੱਸ ਦਵਾਂ ਕਿ ਰਾਊਂਡ ਨੰਬਰ 5 'ਚ 2 ਸਵਾਲ ਪੁੱਛੇ ਜਾਣਗੇ ਬੇਟਾ। ਹਾਂਜੀ। ਦੋਨਾਂ ਸਵਾਲਾਂ ਦੇ 25-25 ਅੰਕ ਨੇ। ਅਗਲੇ ਰਾਊਂਡ 'ਚ ਜਾਣ ਤੋਂ ਪਹਿਲਾਂ ਤੁਹਾਡੇ ਫੈਮਿਲੀ ਦੇ ਕੁਝ ਵਿਊ ਆਏ ਨੇ ਸਾਡੇ ਕੋਲ। ਹਾਂਜੀ। ਸੋ ਆਓ ਸੁਣਦੇ ਹਾਂ ਕਿ ਤੁਹਾਡੀ ਫੈਮਿਲੀ ਦਾ ਕੀ ਕਹਿਣਾ ਹੈ ਤੁਹਾਡੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੈ ਕਿ ਅੱਜ ਮੇਰੀ ਬੇਟੀ ਜੋ ਕਿਊਜ਼ ਮੁਕਾਬਲਾ ਉਹਦੇ ਵਿੱਚ ਹਿੱਸਾ ਲੈਣ ਲਈ ਤਿਆਰ ਹੈ। ਫਸਟ ਆਉਣਾ ਕੋਈ ਵੱਡੀ ਗੱਲ ਨਹੀਂ ਆ। 10 ਦਿਨ 15 ਦਿਨ ਜੋ ਇਹ ਮੁਕਾਬਲਾ ਚੱਲਣਾ ਵਾ ਉਹਦੇ ਵਿੱਚ ਮੇਰਾ ਬੱਚਾ ਗੁਰੂ ਦੇ ਨਾਲ ਹੀ ਜੁੜ ਕੇ ਰਹੇਗਾ ਤੇ ਮੈਂ ਬਹੁਤ ਹੀ ਆਪ ਨੂੰ ਖੁਸ਼ਕਿਸਮਤ ਸਮਝੂੰਗਾ ਕਿ ਮੇਰੇ ਬੱਚੇ ਨੇ 15 ਦਿਨ ਵੀ ਜਿਹੜੇ ਆ ਉਹ ਗੁਰੂ ਦੇ ਨਾਲ ਜੁੜ ਕੇ ਆਪਣਾ ਟਾਈਮ ਜਿਹੜਾ ਵਾ ਉਹ ਕੱਢਿਆ ਵਾ, ਤਾਂ ਕਿ ਅੱਗੇ ਵਾਸਤੇ ਇਹਨਾਂ ਨੂੰ ਗੁਰੂ ਦੇ ਨਾਲ ਪ੍ਰੇਰਿਤ ਹੋਣ ਦਾ ਸਮਾਂ ਮਿਲਦਾ ਰਹੇ, ਤਾਂ ਕਿ ਇਸੇ ਤਰ੍ਹਾਂ ਹੀ ਸਾਨੂੰ ਅੱਗੇ ਆਪਣੇ ਗੁਰੂ ਦੇ ਜੀਵਨ ਦੇ ਉੱਤੇ, ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਉੱਤੇ ਸਾਨੂੰ ਚੱਲਣ ਦੀ ਪ੍ਰੇਰਨਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਵੱਡਾ ਸਰ ਹੁਣਾਂ ਦਾ ਉਪਰਾਲਾ ਵਾ ਕਿਉਂ ਬੱਚੇ ਜਿਹੜੇ ਆ ਸਿੱਖ ਵਿਰਸੇ ਨਾਲ, ਆਪਣੇ ਗੁਰੂਆਂ ਦੇ ਇਤਿਹਾਸ ਨਾਲ ਜੁੜਦੇ ਰਹਿਣ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਗੁਰੂਆਂ ਦਾ ਇਤਿਹਾਸ ਪਤਾ ਹੋਵੇ। BNG ਥੀਏਟਰ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਿੱਖ ਵਿਰਸੇ ਨਾਲ ਬੱਚੇ ਜੋੜੇ ਹੋਏ ਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਨਮਰਾਜ ਸਾਡੀ ਪੋਤੀ ਆ। ਸਾਰੇ ਭੈਣ ਭਰਾਵਾਂ ਦੇ ਵਿੱਚ ਪਿਆਰ ਦੇ ਨਾਲ ਰਹਿੰਦੀ ਰਹੀ ਆ। ਪੜ੍ਹਾਈ ਬਹੁਤ ਵਧੀਆ ਕੀਤੀ ਆ। ਜਿਉਂ ਸਕੂਲ ਪਾਈ ਆ ਚੰਗੇ ਤੇ ਨੰਬਰ ਲਿਆਉਂਦੀ ਰਹੀ ਆ। ਚੰਗੀ ਪੜ੍ਹਾਈ ਕਰਦੀ ਰਹੀ ਆ। ਤੇ ਹੁਣ ਵੀ ਮਹਾਰਾਜ ਨੂੰ ਬਾਬਾ ਤੇਗ ਬਹਾਦਰ ਵਧੀਆ ਪੜ੍ਹਾਈ 'ਚ ਰੱਖੇ। ਸਾਡਾ ਵੀ ਮਾਣ ਵੱਧਦਾ ਰਵੇ, ਇਹਦਾ ਮਾਂ ਪਿਓ ਦਾ ਵੀ ਮਾਣ ਵਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਬਹੁਤ ਵੱਡਾ ਉਪਰਾਲਾ ਹੈ, ਕਿਉਂਕਿ ਇਹ ਬਹੁਤ ਤਰੀਕੇ ਨਾਲ ਹੈਲਪ ਕਰਦਾ ਹੈ, ਕਿਉਂਕਿ ਤੁਹਾਡਾ ਸਟੇਜ ਫੀਅਰ ਦੂਰ ਹੋਏਗਾ। ਤੇ ਦੂਜਾ ਸਭ ਤੋਂ ਵੱਡਾ ਉਪਰਾਲਾ ਰਹੇਗਾ ਕਿ ਇਹ ਸਿੱਖ ਧਰਮ ਨਾਲ ਜੋੜੇਗਾ। ਇਹੋ ਦੁਆ ਕਰਾਂਗਾ ਕਿ ਇਹ ਜਿੱਥੇ ਅੱਜ ਬੈਠੀ ਹੈ ਇਹ ਜਿੱਤ ਕੇ ਆਵੇ, ਤੇ ਇਸ ਦਾ ਵੈਲਕਮ ਸਭ ਤੋਂ ਪਹਿਲਾਂ ਮੈਂ ਹੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਦੀ ਜੀ ਬਹੁਤ ਪਿਆਰ ਨਾਲ ਬੋਲ ਰਹੇ ਆ, ਹਾਂਜੀ ਬਹੁਤ ਪ੍ਰੇਮ ਆ ਦਾਦੀ ਜੀ ਨਾਲ। ਹਾਂਜੀ ਅੱਜ ਕੱਲ੍ਹ ਬੱਚੇ ਕਿਤੇ ਨਾ ਅਸੀਂ ਜਿਸ ਯੁੱਗ ਵਿੱਚ ਆ ਚੁੱਕੇ ਹਾਂ, ਅਸੀਂ ਉਹਨੂੰ ਮਾਡਰਨ ਜਿਹੜਾ ਯੁੱਗ ਦਾ ਨਾਮ ਦੇ ਦਿੱਤਾ ਹੈ। ਤੇ ਉਸ ਮਾਡਰਨ ਯੁੱਗ ਵਿੱਚ ਆ ਕੇ ਅਸੀਂ ਟੀਵੀ ਨਾਲ ਬੜਾ ਜੁੜ ਗਏ ਹਾਂ, ਅਸੀਂ ਮੋਬਾਈਲ ਨਾਲ ਬੜਾ ਜੁੜ ਗਏ ਹਾਂ। ਕੋਈ ਸਮਾਂ ਹੁੰਦਾ ਸੀ ਦਾਦੀਆਂ ਕੋਲ ਬੈਠ ਕੇ ਕਹਾਣੀਆਂ ਸੁਣੀਆਂ ਜਾਂਦੀਆਂ ਸਨ, ਕਿੱਸੇ ਸੁਣੇ ਜਾਂਦੇ ਸਨ, ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਕਹਾਣੀਆਂ ਵੀ ਦਾਦੀਆਂ ਸੁਣਾਉਂਦੀਆਂ। ਹਾਂਜੀ ਕਦੀ ਤੁਸੀਂ ਆਪਣੀ ਦਾਦੀ ਮਾਂ ਕੋਲ ਕਹਾਣੀਆਂ ਸੁਣੀਆਂ? ਮੈਂ ਆਪਣਾ ਜ਼ਿਆਦਾ ਸਮਾਂ ਦਾਦੀ ਜੀ ਨਾਲ ਬਿਤਾਉਂਦੀ ਰਹਿੰਦੀ ਹਾਂ। ਰੋਜ਼ ਮੈਂ ਰਾਤ ਨੂੰ ਆਪਣੇ ਦਾਦੀ ਜੀ ਕੋਲ ਭਾਵੇਂ ਥੋੜਾ ਸਮਾਂ ਪਰ ਬੈਠਦੀ ਜ਼ਰੂਰ ਹਾਂ। ਮੈਨੂੰ ਦਾਦੀ ਜੀ ਜਿਵੇਂ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਬਾਰੇ ਦੱਸਦੇ ਰਹਿੰਦੇ ਨੇ। ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਨਾਲ ਉੱਥੇ ਜੋ ਸ਼ਹੀਦੀ ਪਾਈ ਉਹਨਾਂ ਨੇ, ਉਹਨਾਂ ਬਾਰੇ ਬਹੁਤ ਵਾਰ ਜ਼ਿਕਰ ਕਰਦੇ ਰਹਿੰਦੇ ਨੇ। ਹੁਣੇ ਥੋੜੇ ਦੇਰ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਸੀ। ਤੇ ਮੈਂ ਆਪਣੇ ਦਾਦੀ ਜੀ ਕੋਲ ਥੋੜਾ ਸਮਾਂ ਬੈਠ ਕੇ ਉਹਨਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਮਤਲਬ ਗਿਆਨ ਉਹਨਾਂ ਕੋਲ ਲਿਆ, ਤੇ ਫਿਰ ਮੈਂ ਕੰਪੀਟੀਸ਼ਨ ਵਿੱਚ ਗਈ। ਦਾਦੀ ਜੀ ਦਾ ਜਿਹੜਾ ਗਿਆਨ ਸੀ ਉਹ ਕੰਮ ਆਇਆ? ਹਾਂਜੀ, ਮੈਂ ਉਸ ਕੰਪੀਟੀਸ਼ਨ ਵਿੱਚ ਫਸਟ ਆਈ। ਬੜੀ ਸੋਹਣੀ ਗੱਲ ਨਵਰਾਜ ਨੇ ਦੱਸੀ। ਦੇਖੋ, ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਪਹਿਲਾ ਸਥਾਨ ਹਾਸਲ ਕੀਤਾ ਮੁਕਾਬਲੇ ਵਿੱਚ, ਤੇ ਸਿੱਖਿਆ ਕਿਹਨਾਂ ਕੋਲ ਲਈ? ਦਾਦੀ ਮਾਂ ਕੋਲ। ਸੋ ਜਿਹੜੇ ਦਾਦੀ ਮਾਂ ਵੀ ਸਾਡੀਆਂ ਗੱਲਾਂ ਸੁਣ ਰਹੇ ਨੇ ਜਾਂ ਬਜ਼ੁਰਗ ਸਾਡੀਆਂ ਗੱਲਾਂ ਸੁਣ ਰਹੇ ਨੇ, ਸੋ ਆਓ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਨ ਲਈ ਸਾਖੀਆਂ ਸੁਣਾਈਏ। ਸਿੱਖ ਇਤਿਹਾਸ ਦੀਆਂ ਜਿਹੜੀਆਂ ਇਤਿਹਾਸਕ ਘਟਨਾਵਾਂ ਨੇ ਉਹ ਬੱਚਿਆਂ ਨੂੰ ਜ਼ਰੂਰ ਦੱਸੀਏ। ਸੋ ਚਲਿਏ ਜੀ ਰਾਊਂਡ ਨੰਬਰ 5। ਹਾਂਜੀ ਸਰ। ਸੋ ਰਾਊਂਡ ਨੰਬਰ 5 ਦਾ ਪਹਿਲਾ ਸਵਾਲ ਨਵਰਾਜ ਕੌਰ ਦੇ ਲੈਪਟਾਪ ਦੀ ਸਕਰੀਨ ਤੇ। ਗੁਰੂ ਤੇਗ ਬਹਾਦਰ ਜੀ ਕੋਲੋਂ ਕਿਹੜੇ ਪੰਡਿਤ ਮਦਦ ਲੈਣ ਲਈ ਆਏ? ਲਾਹੌਰੀ ਪੰਡਿਤ, ਕਸ਼ਮੀਰੀ ਪੰਡਿਤ, ਮੁਗਲ ਪੰਡਿਤ ਜਾਂ ਫਿਰ ਪਹਾੜੀ ਪੰਡਿਤ? ਸਰ ਆਪਸ਼ਨ ਨੰਬਰ 2 ਕਸ਼ਮੀਰੀ ਪੰਡਿਤ। ਡਨ? ਹਾਂਜੀ ਸਰ। ਸੋ ਕੰਪਿਊਟਰ ਜੀ ਲੌਕ ਕਰ ਦਿੱਤਾ ਜਾਵੇ ਆਪਸ਼ਨ ਨੰਬਰ 2, ਤੇ ਨਾਲ ਹੀ ਸਾਨੂੰ ਇਹਦਾ ਸਹੀ ਜਵਾਬ ਵੀ ਦੱਸਿਆ ਜਾਵੇ। ਸਹੀ ਜਵਾਬ ਹੈ ਜੀ ਕਸ਼ਮੀਰੀ ਪੰਡਿਤ, ਆਪਸ਼ਨ ਨੰਬਰ 2। ਨਵਰਾਜ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਸਰ। ਸੋ ਨਵਰਾਜ, ਤੁਹਾਡੇ ਕੋਲ ਹੋਰ ਵੀ 25 ਅੰਕ ਜਿੱਤਣ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਹੈ, ਜੇਕਰ ਤੁਸੀਂ ਉਸ ਦਾ ਸਹੀ ਜਵਾਬ ਦਿੰਦੇ ਹੋ ਤਾਂ ਤੁਹਾਨੂੰ 25 ਅੰਕ ਹੋਰ ਮਿਲ ਜਾਣਗੇ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰੀਏ? ਹਾਂਜੀ ਸਰ। ਠੀਕ ਹੈ ਜੀ। ਸੋ ਕੰਪਿਊਟਰ ਜੀ, ਰਾਊਂਡ ਨੰਬਰ 5 ਦਾ ਦੂਸਰਾ ਸਵਾਲ ਨਵਰਾਜ ਕੌਰ ਦੇ ਲੈਪਟਾਪ ਦੀ ਸਕਰੀਨ। ਕਿਹੜਾ ਮੁਗਲ ਸ਼ਾਸਕ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਰਿਹਾ ਸੀ? ਜਹਾਂਗੀਰ, ਵਜ਼ੀਰ ਖਾਂ, ਔਰੰਗਜ਼ੇਬ ਜਾਂ ਫਿਰ ਸੂਬਾ ਸਰਹੰਦ? ਕੰਪਿਊਟਰ ਜੀ ਲੌਕ ਕਰ ਦਿੱਤਾ ਜਾਵੇ ਆਪਸ਼ਨ ਨੰਬਰ 3 ਔਰੰਗਜ਼ੇਬ। ਦੂਸਰਾ ਸਵਾਲ ਦਾ ਆਪਸ਼ਨ ਨੰਬਰ 3 ਸਹੀ ਹੈ ਜਾਂ ਗਲਤ? ਆਪਸ਼ਨ ਨੰਬਰ 3 ਔਰੰਗਜ਼ੇਬ ਇਸ ਸਵਾਲ ਦਾ ਸਹੀ ਜਵਾਬ ਹੈ। ਨਵਰਾਜ, ਇਸ ਸਵਾਲ ਤੇ ਬਹੁਤ ਸੋਚਿਆ ਗਿਆ। ਹਾਂਜੀ। ਕਿਤੇ ਡਾਊਟ ਲੱਗ ਰਿਹਾ ਸੀ। ਹਾਂਜੀ ਸਰ। ਪਰ ਮੁਸ਼ਕਲ ਆ ਜਾਂਦੀ ਹੈ, ਕਿਉਂਕਿ ਜਹਾਂਗੀਰ ਨੇ ਵੀ ਆਪਣੇ ਸਮੇਂ ਬਹੁਤ ਅਤਿਆਚਾਰ ਕੀਤੇ ਨੇ। ਜੇ ਅਸੀਂ ਸੂਬਾ ਸਰਹੰਦ ਦੀ ਗੱਲ ਕਰੀਏ ਤੇ ਸੂਬਾ ਸਰਹੰਦ ਦਾ ਨਾਂ ਹੀ ਵਜ਼ੀਰ ਖਾਂ ਹੈ, ਤੇ ਵਜ਼ੀਰ ਖਾਂ ਨੇ ਵੀ ਆਪਣੇ ਸਮੇਂ ਕਾਫੀ ਜ਼ਿਆਦਾ ਜ਼ੁਲਮ ਕੀਤੇ ਨੇ। ਪਰ ਜਿਹੜੇ ਕਸ਼ਮੀਰੀ ਪੰਡਤਾਂ ਦਾ ਮੁੱਦਾ ਹੈ ਉਹਦੇ ਵਿੱਚ ਔਰੰਗਜ਼ੇਬ ਸੀ ਜਿਹਨੇ ਜਿਹੜਾ ਧਰਮ ਪਰਿਵਰਤਨ ਕਰਵਾ ਰਿਹਾ ਸੀ। ਸੋ ਬਹੁਤ ਬਹੁਤ ਮੁਬਾਰਕਾਂ। ਇਸ ਰਾਊਂਡ ਦੇ 50 ਅੰਕ ਤੁਸੀਂ ਆਪਣੇ ਝੋਲੀ ਪਵਾ ਲਏ ਨੇ। ਧੰਨਵਾਦ ਸਰ। ਸੋ ਹੁਣ ਚੱਲਦੇ ਹਾਂ ਰਾਊਂਡ ਨੰਬਰ 6 ਤੇ। ਹਾਂਜੀ। ਨਵਰਾਜ, ਰਾਊਂਡ ਨੰਬਰ ਜਿਹੜਾ 6 ਆ ਨਾ, ਇਹਦੇ ਵਿੱਚ ਤੁਸੀਂ 50-50 ਲੈ ਸਕਦੇ ਹੋ।
ਪਰ 50-50 ਲੋਗੇ ਤੁਹਾਡੇ ਜਿਹੜੇ 10 ਅੰਕ ਆ ਉਹ ਮਾਈਨਸ ਕਰ ਲਏ ਜਾਣਗੇ। ਪਰ ਜੇਕਰ ਤੁਸੀਂ ਵਿਦਆਊਟ 50-50 ਜਵਾਬ ਦੋਗੇ ਤਾਂ ਟੋਟਲ 40 ਅੰਕ ਤੁਹਾਨੂੰ ਮਿਲਣਗੇ। ਜੇਕਰ 50-50 ਯੂਜ਼ ਕਰੋਗੇ ਤਾਂ 30 ਅੰਕ ਤੁਹਾਨੂੰ ਮਿਲਣਗੇ, 30 ਅੰਕ ਮਿਲਣਗੇ। ਕਿਸੇ ਵੀ ਹਾਲਤ ਵਿੱਚ ਤੁਹਾਨੂੰ ਅੰਕ ਮਿਲਣਗੇ ਜ਼ਰੂਰ। ਸੋ ਤੁਸੀਂ ਇਸ ਚੀਜ਼ ਦਾ ਫਾਇਦਾ ਲੈਣਾ ਹੈ। ਸੋ ਕਰੀਏ ਰਾਊਂਡ ਨੰਬਰ 6। ਹਾਂਜੀ ਸਰ। ਰਾਊਂਡ ਨੰਬਰ 6 ਦਾ ਸਵਾਲ ਸਾਡੀ ਨਵਰਾਜ ਕੌਰ ਦੀ ਲੈਪਟਾਪ ਦੀ ਸਕਰੀਨ ਤੇ। ਇਹ ਨਗਰ ਵਿਦਿਆ ਦਾ ਸਾਗਰ ਬਣੇਗਾ। ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਕਿਸ ਜਗ੍ਹਾ ਲਈ ਕਹੇ? ਸਾਬੋ ਕੀ ਤਲਵੰਡੀ, ਬਾਬਾ ਬਕਾਲਾ ਸਾਹਿਬ, ਅਨੰਦਪੁਰ ਸਾਹਿਬ ਜਾਂ ਫਿਰ ਪਟਨਾ ਸਾਹਿਬ। 50-50 ਤੁਹਾਡੇ ਕੋਲ ਹੈ, ਤੁਸੀਂ ਯੂਜ਼ ਕਰ ਸਕਦੇ ਹੋ। 50-50 ਵਿੱਚ ਤੁਹਾਡੇ ਕੋਲ ਦੋ ਆਪਸ਼ਨ ਹਨ ਜੀ। ਆਪਸ਼ਨ ਨੰਬਰ 1 ਸਾਬੋ ਕੀ ਤਲਵੰਡੀ ਜਾਂ ਆਪਸ਼ਨ ਨੰਬਰ 2 ਪਟਨਾ ਸਾਹਿਬ। ਸਾਬੋ ਕੀ ਤਲਵੰਡੀ। ਡਨ। ਹਾਂਜੀ ਸਾਬੋ ਕੀ ਤਲਵੰਡੀ ਲੌਕ ਕਰ ਦਿੱਤਾ ਜਾਏ। ਅੱਛਾ ਨਵਰਾਜ, ਕੀ ਸ਼ੌਂਕ ਹੈ ਤੁਹਾਡਾ? ਸਰ ਮੈਨੂੰ ਪੇਂਟਿੰਗ ਦਾ ਤੇ ਗੁਰੂਆਂ ਦੇ ਜੀਵਨ ਬਾਰੇ ਜਾਣਨ ਦਾ ਬਹੁਤ ਸ਼ੌਂਕ ਹੈ। ਕਵਿਤਾ ਵਗੈਰਾ ਵੀ ਬੋਲ ਲੈਂਦੇ ਹੋ ਤੁਸੀਂ? ਹਾਂਜੀ ਸਰ। ਕਵਿਤਾ ਦੀਆਂ 2 ਲਾਈਨਾਂ ਸਾਡੇ ਨਾਲ ਕੋਈ ਸੁਣਾਓਗੇ? ਕੋਈ ਵੀ ਕਵਿਤਾ 2 ਲਾਈਨਸ। ਸਿੱਖਾ ਡੋਲਿਆ ਕਿਉਂ ਏ, ਓਏ ਰੱਬ ਰਾਖਾ ਬਹਿ ਜਾ ਕੋਲ ਮੇਰੇ, ਨੇੜੇ ਆ ਤੇ ਸਹੀ ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾ ਵਾਲਾ, ਐਨਾ ਘਾਬਰਿਆ ਕਿਉਂ ਏ ਸਮਝਾ ਤੇ ਸਹੀ। ਅੜਿਆ ਕਿੱਥੇ ਨੇ ਸਾਡੀ ਮਾਂ ਗੁਜਰੀ, ਕੋਈ ਉਹਨਾਂ ਦਾ ਸੰਦੇਸ਼ ਪਹੁੰਚਾ ਤੇ ਸਹੀ। ਜੋਰਾਵਰ ਤੇ ਫਤਿਹ ਸਿੰਘ ਉਦਾਸ ਤੇ ਨਹੀਂ, ਕੋਈ ਉਹਨਾਂ ਦੀ ਗੱਲ ਸੁਣਾ ਤੇ ਸਹੀ। ਨਵਰਾਜ, ਇਹ ਜਿਹੜੀ ਤੁਸੀਂ ਪੋਇਮ ਸੁਣਾਈ ਆ, ਇਹ ਦੱਸ ਸਕਦੀ ਹੈ ਕਿਹਦੀ ਵਾਰਤਾਲਾਪ ਹੈ ਇਹਦੇ ਵਿੱਚ? ਇੱਥੇ ਸਰ ਨੂਰਾ ਮਾਈ ਸਿੱਖ ਜੋ ਉੱਥੇ ਸਰਹੰਦ ਵਿਖੇ ਮੌਜੂਦ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਜੀ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਮਾਛੀਵਾੜੇ ਦੇ ਜੰਗਲਾਂ ਵਿੱਚ ਸਨ ਤੇ ਨੂਰਾ ਮਾਹੀ ਉੱਥੇ ਆ ਕੇ ਗੁਰੂ ਜੀ ਨੂੰ ਦੱਸਦੇ ਨੇ ਕਿ ਪਰ ਗੁਰੂ ਜੀ ਨੂੰ ਪਤਾ ਸੀਗਾ ਕਿ ਇਹ ਉੱਥੋਂ ਹੀ ਆਏ ਨੇ ਜਿੱਥੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਰੱਖਿਆ ਗਿਆ ਹੈ ਤੇ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਤੂੰ ਕਿਉਂ ਡੋਲਿਆ ਹੈ, ਕਿ ਇਦਾਂ ਇਹਨਾਂ ਦੇ ਵਿੱਚ ਵਾਰਤਾਲਾਪ ਹੁੰਦੀ ਹੈ ਉੱਥੇ। ਜਦੋਂ ਨੂਰਾ ਮਾਹੀ ਨੇ ਗੁਰੂ ਗੋਬਿੰਦ ਸਿੰਘ ਨੂੰ ਦੱਸਿਆ ਕਿ ਤੁਹਾਡੇ ਜਿਹੜੇ ਜਿਗਰ ਦੇ ਲਾਲ ਆ ਛੋਟੇ ਸਾਹਿਬਜ਼ਾਦੇ ਦੋਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤੇ ਗੁਰੂ ਸਾਹਿਬ ਜੀ ਭਾਵੁਕ ਹੋ ਗਏ ਉਦੋਂ? ਨਹੀਂ, ਗੁਰੂ ਸਾਹਿਬ ਜੀ ਬਿਲਕੁਲ ਵੀ ਨਹੀਂ ਡੋਲੇ ਤੇ ਅੱਗੋਂ ਉਹਨਾਂ ਨੇ ਸਿੱਖ ਨੂੰ ਵੀ ਹੌਸਲਾ ਦਿੱਤਾ। ਉਸ ਦਾ ਜ਼ਿਕਰ ਮੈਂ ਕਵਿਤਾ ਵਿੱਚ ਵੀ ਕੀਤਾ ਹੈ ਜੋ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹਾਂ ਚਾਹਾਂਗੀ। ਜ਼ਰੂਰ। ਸ਼ੁਕਰ ਆਖ ਪਿਤਾ ਅਰਦਾਸ ਸੋਧੀ, ਕੋਟਨ ਕੋਟ ਹੈ ਦਾਤਾਰ ਧੰਨਵਾਦ ਤੇਰਾ, ਦਿੱਤੀ ਤੇਰੀ ਅਮਾਨਤ ਹੈ ਮੋੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ। ਦੇਖੋ ਕਿੱਡੀ ਵੱਡੀ ਗੱਲ ਆ ਜੀ। ਪਿਤਾ ਨੂੰ ਖਬਰ ਪਹੁੰਚਦੀ ਹੈ ਤੇ ਪਿਤਾ ਕਿੱਥੇ ਬੈਠਾ ਹੋਇਆ? ਮਾਛੀਵਾੜੇ ਦੇ ਜੰਗਲਾਂ 'ਚ। ਕੋਈ ਮਹਿਲਾਂ ਦੇ ਵਿੱਚ ਨਹੀਂ ਬੈਠਾ ਹੋਇਆ ਉਸ ਸਮੇਂ ਪਿਤਾ, ਮਾਛੀਵਾੜੇ ਦੇ ਜੰਗਲਾਂ 'ਚ ਆਣ ਕੇ ਖਬਰ ਮਿਲਦੀ ਆ ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਆ। ਵੱਡਿਆਂ ਨੂੰ ਆਪਣੇ ਹੱਥੀਂ ਸ਼ਹੀਦ ਕਰਵਾ ਕੇ ਆਏ ਤੇ ਆਣ ਕੇ ਮਾਛੀਵਾੜੇ ਦੇ ਜੰਗਲਾਂ 'ਚ ਖਬਰ ਮਿਲਦੀ ਆ ਕਿ ਤੁਹਾਡੇ ਛੋਟੇ ਪੁੱਤਰ ਵੀ ਸ਼ਹੀਦ ਕਰ ਦਿੱਤੇ ਗਏ ਆ। ਤੇ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਅੱਖ ਦੇ ਵਿੱਚੋਂ ਅਥਰੂ ਨਹੀਂ ਡੇਗਦੇ। ਕੀ ਆਖਦੇ ਨੇ? ਸ਼ੁਕਰ ਆਖ ਕੇ ਦਾਤੇ ਅਰਦਾਸ ਸੋਧੀ, ਕਿਆ ਕੋਟਨ ਕੋਟ ਹੈ ਧੰਨਵਾਦ ਤੇਰਾ, ਤੇਰੀ ਦਿੱਤੀ ਅਮਾਨਤ ਅੱਜ ਮੋੜ ਦਿੱਤੀ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੇਰਾ। ਕਿਆ ਬਾਤ ਹੈ ਜੀ। ਹੈ ਕੋਈ ਐਸਾ ਦਾਨੀ, ਪੁੱਤਰਾਂ ਦਾ ਦਾਨੀ? ਅਸੀਂ ਪੁੱਤਰ ਮੰਗਦੇ ਹਾਂ ਜੀ, ਸਾਨੂੰ ਪੁੱਤਰ ਚਾਹੀਦੇ ਆ। ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਤੋਰਤੇ, ਸਾਡੇ ਤੋਂ ਕੁਰਬਾਨ ਕਰ ਦਿੱਤੇ। ਸੋ ਨਵਰਾਜ, ਚਲਿਏ ਤੁਸੀਂ 50-50 ਯੂਜ਼ ਕੀਤਾ, ऑप्शन ਲਈ ਤੁਸੀਂ ਸਾਬੋ ਕੀ ਤਲਵੰਡੀ। सो पूछते हैं कंप्यूटर जी को सही जवाब की है। सही जवाब है जी ऑप्शन नंबर 1 साबो की तलवंडी। सही जवाब है जी ऑप्शन नंबर 1 साबो की तलवंडी। 30 अंक मिल गए। चलिए राउंड नंबर 7। हाँ जी सर। नवराज राउंड नंबर 7 अज दा आखिरी राउंड और आखिरी राउंड दे विच जिहड़ा 10वां सवाल तुहाडे कोल पुछया जाएगा। ਇਹ 10ਵਾਂ ਸਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਹੋਏਗਾ। ਇਹਦੇ 60 ਅੰਕ ਨੇ। ਜੇਕਰ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਦੇ ਦਿਓ, ਤੁਹਾਨੂੰ 60 ਅੰਕ ਮਿਲ ਜਾਣਗੇ। ਪਰ ਜੇਕਰ ਮੰਨ ਲਓ ਤੁਸੀਂ ਸਵਾਲ ਦਾ ਜਵਾਬ ਗਲਤ ਦਿੱਤਾ ਤਾਂ 30 ਅੰਕ ਮਾਈਨਸ ਹੋ ਜਾਣਗੇ। ਔਰ ਇਸ ਤੋਂ ਬਿਨਾ ਤੁਹਾਡੇ ਕੋਲ ਇੱਕ ਹੋਰ ਰਸਤਾ ਹੈ ਕਿ ਤੁਸੀਂ ਜਿਹੜਾ ਉਸੇ ਟਾਈਮ ਕਹਿ ਸਕਦੇ ਹੋ ਕਿ ਮੈਂ ਇਸ ਦਾ ਜਵਾਬ ਜਿਹੜਾ ਨਹੀਂ ਦੇ ਸਕਦੀ, ਤੇ ਆਪਾਂ ਇੱਥੇ ਹੀ ਜਿਹੜਾ ਵਾ ਇਹਦੀ ਸਮਾਪਤੀ ਕਰ ਦੇਵਾਂਗੇ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਪਿਛਲੇ ਨੰਬਰ ਜਿਹੜੇ ਨੇ ਉਹ ਸੇਵ ਹੋ ਜਾਣਗੇ, ਉਹ ਮਾਈਨਸ ਨਹੀਂ ਹੋਣਗੇ। ठीक है बेटा जी। हाँ जी। सो चलिए। हाँ जी सर। सो राउंड नंबर 7 का सवाल और अज के प्रोग्राम का आखिरी सवाल साडी नवराज कौर दे कंप्यूटर की स्क्रीन।
ਉਸਤਤ ਨਿੰਦਾ ਡੈਸ਼ ਤਿਆਗੇ ਖੋਜੇ ਪਦ ਨਿਰਬਾਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਲਈ ਗਈ ਇਸ ਪੰਕਤੀ ਦੇ ਵਿੱਚ ਹੇਠਾਂ ਦਿੱਤੀਆਂ 4 ਆਪਸ਼ਨਾਂ ਵਿੱਚੋਂ ਵਿਆਕਰਨ ਦੇ ਹਿਸਾਬ ਨਾਲ ਕਿਹੜਾ ਸ਼ਬਦ ਸਹੀ ਹੈ? ਜੇਕਰ ਤੁਹਾਨੂੰ ਨਹੀਂ ਆਉਂਦਾ ਤੁਸੀਂ ਜਿਹੜਾ ਵਾ ਇੱਥੇ ਸਮਾਪਤੀ ਕਰ ਸਕਦੇ ਆਪਸ਼ਨ ਨੰਬਰ 2 100% ਹਾਂਜੀ ਲੌਕ ਕਰ ਦਿੱਤਾ ਜਾਏ। ਹਾਂਜੀ ਸੋ ਕੰਪਿਊਟਰ ਜੀ ਲੌਕ ਕਰ ਦਿੱਤਾ ਜਾਏ ਆਪਸ਼ਨ ਨੰਬਰ 2। ਸਹੀ ਜਵਾਬ ਕੀ ਹੈ ਕੰਪਿਊਟਰ ਜੀ ਕਿ 60 ਅੰਕ ਨਵਰਾਜ ਕੌਰ ਨੂੰ ਮਿਲਦੇ ਨੇ ਕਿ ਜਾਂ ਅਸੀਂ 30 ਅੰਕ ਜਿਹੜੇ ਆ ਮਾਈਨਸ ਕਰ ਦਈਏ ਉਹਦੇ ਟੋਟਲ ਦੇ ਵਿੱਚੋਂ। ਸੋ ਸਹੀ ਜਵਾਬ ਹੈ ਜੀ, ਸਹੀ ਜਵਾਬ ਹੈ ਜੀ ਆਪਸ਼ਨ ਨੰਬਰ 2। ਸੋ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਸਰ। ਸੋ ਚੱਲਦੇ ਆ ਨਵਰਾਜ ਹੁਣ ਸਾਡੇ ਕੰਪਿਊਟਰ ਜੀ ਕੋਲ ਕਿ ਕੁੱਲ ਮਿਲਾ ਕੇ ਨਵਰਾਜ ਨੂੰ ਕਿੰਨੇ ਅੰਕ ਮਿਲੇ ਨੇ ਤੇ ਕਿੰਨੇ ਅੰਕ ਲੈ ਕੇ ਜਿਹੜੀ ਨਵਰਾਜ ਅੱਜ ਆਪਣੇ ਘਰ ਵਾਪਸੀ ਕਰ ਰਹੀ ਹੈ। ਸੋ ਕੰਪਿਊਟਰ ਜੀ ਕੁੱਲ ਅੰਕ ਦੱਸੇ ਜਾਣ। ਸੋ ਨਵਰਾਜ ਬਹੁਤ ਬਹੁਤ ਮੁਬਾਰਕਾਂ, ਧੰਨਵਾਦ। ਤੁਹਾਨੂੰ ਮਿਲ ਗਏ ਨੇ ਕੁੱਲ 220 ਅੰਕ। ਅੱਛਾ ਨਵਰਾਜ, ਸਾਡੇ ਸੰਸਥਾ ਦੇ ਨਾਲ ਸਾਡੇ ਇਸ ਮੁਕਾਬਲੇ ਦੇ ਵਿੱਚ ਸਾਡੇ ਨਾਲ ਆਸਟ੍ਰੇਲੀਆ ਤੋਂ ਇੱਕ ਪਰਿਵਾਰ ਜੁੜਿਆ ਹੋਇਆ ਹੈ। ਬਹੁਤ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਉਹਨਾਂ ਦਾ ਵਿਸ਼ਵਾਸ ਹੈ। ਸੋ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਕਿ ਜੋ ਪ੍ਰਾਈਜ਼ ਅਸੀਂ ਦੇਣੇ ਨੇ ਉਹ ਤਾਂ ਅਸੀਂ ਦੇਣੇ ਹੀ ਦੇਣੇ ਆ ਜਿਹੜੇ ਬੱਚੇ ਜਿੱਤਣਗੇ ਜਾਂ ਜਿਹੜੇ ਪਾਰਟਿਸਿਪੇਟ ਕਰ ਰਹੇ ਆ, ਠੀਕ ਹੈ। ਪਰ ਉਹਨਾਂ ਨੇ ਤੁਹਾਡੇ ਸਾਰੇ ਬੱਚਿਆਂ ਲਈ ਇੱਕ ਗਿਫਟ ਭੇਜੇ ਹੋਏ ਆ। ਉਹ ਇਸ ਕਰਕੇ ਭੇਜੇ ਹੋਏ ਕਿ ਤੁਹਾਡੇ ਅੰਦਰ ਜਿਹੜੀ ਕਲਾ ਹੈ, ਜੋ ਤੁਸੀਂ ਇੱਥੇ ਆ ਕੇ ਗੁਰੂ ਸਾਹਿਬ ਜੀ ਦੀ ਵਿਚਾਰ ਚਰਚਾ ਕਰ ਰਹੇ ਹੋ, ਉਹਦੇ ਨੂੰ ਸਜਦਾ ਕਰਦੇ ਹੋਏ ਉਹਨਾਂ ਨੇ ਤੁਹਾਨੂੰ ਭੇਜੇ ਹੋਏ ਨੇ। ਸੋ ਉਹਨਾਂ ਵੱਲੋਂ ਬੜਾ ਹੀ ਪਿਆਰਾ ਇੱਕ ਗਿਫਟ ਤੁਹਾਡੇ ਲਈ ਭੇਜਿਆ ਆ। ਸੋ ਮੈਂ ਦੇਣਾ ਚਾਹਾਂਗਾ। ਸੋ ਅਗਲਾ ਐਪੀਸੋਡ ਲੈ ਕੇ ਤੁਹਾਡੇ ਨਾਲ ਜਲਦੀ ਰੂਬਰੂ ਹੋਵਾਂਗੇ। ਉਦੋਂ ਤੱਕ ਇਹਨਾਂ ਬੱਚਿਆਂ ਨੂੰ ਪਿਆਰ ਦਿੰਦੇ ਰਹੋ, ਇਹਨਾਂ ਦੇ ਐਪੀਸੋਡ ਦੇਖਦੇ ਰਹੋ, ਸ਼ੇਅਰ ਕਰਦੇ ਰਹੋ। ਤੱਕ ਮੈਂ ਨਵਾਂ ਬੱਚਾ ਨਵਾਂ ਪ੍ਰਤੀਯੋਗੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਨਹੀਂ ਹੁੰਦਾ। ਉਦੋਂ ਤੱਕ ਦੇਖਦੇ ਰਹੋ ਕੌਣ ਬਣੇਗਾ ਗੁਰੂ ਦਾ ਪਿਆਰਾ। ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਮਿਲਾਂਗੇ ਜੀ ਸਾਡੇ ਅਗਲੇ ਪ੍ਰਤੀਯੋਗੀ ਸੁਖਰੀਤ ਕੌਰ ਦੇ ਨਾਲ। ਸਰ ਮੇਰੇ ਦਾਦਾ ਜੀ ਸਾਨੂੰ ਦੱਸਦੇ ਹੁੰਦੇ ਆ ਵੀ ਕੋਈ ਵੀ ਬੱਚਾ ਉਹਨਾਂ ਦੇ ਘਰ ਜਨਮ ਲੈਂਦਾ ਹੁੰਦਾ ਸੀਗਾ ਉਹ ਬਚਦਾ ਨਹੀਂ ਸੀ ਹੁੰਦਾ। 4-5 ਸਾਲ ਦੇਖਿਆ, ਫਿਰ ਉਹੀ ਜਿਹੜਾ ਬੱਚਾ ਜਨਮ ਲੈਂਦੇ ਸੀਗਾ ਉਹ ਡੈਥ ਹੋ ਜਾਂਦੀ ਸੀਗੀ। ਉਹਦੀ ਥੋੜਾ ਚਿਰ ਰਹਿੰਦਾ ਸੀ, ਬਿਮਾਰ ਹੋ ਕੇ ਫਿਰ ਡੈਥ ਹੋ ਜਾਂਦੀ ਸੀਗੀ। ਫਿਰ ਮੇਰੇ ਦਾਦਾ ਜੀ ਤੇ ਦਾਦੀ ਜੀ ਨੇ 4 ਸਾਲ ਲਗਾਤਾਰ ਬਾਬੇ ਬਕਾਲੇ ਸੇਵਾ ਕੀਤੀ। ਉਸ ਤੋਂ ਬਾਅਦ 'ਚ ਮੇਰੇ ਜੋ ਤਾਇਆ ਜੀ ਆ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਨੇ ਉਹਨਾਂ ਦੇ ਨਾਮ ਦਾ ਅਖੰਡ ਪਾਠ ਸਾਹਿਬ ਕਰਵਾਇਆ ਤਾਂ ਉਹ ਬਹੁਤ ਠੀਕ ਹੋ ਗਏ। ਸੋ ਅਗਲੇ ਐਪੀਸੋਡ ਵਿੱਚ ਮਿਲਦੇ ਹਾਂ ਜੀ ਸਾਡੇ ਪ੍ਰਤੀਯੋਗੀ ਸੁਖਰੀਤ ਕੌਰ ਦੇ ਨਾਲ ਤੇ ਕਰਾਂਗੇ ਉਸ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧੀ ਵਿਚਾਰ ਚਰਚਾ। ਸੋ ਉਦੋਂ ਤੱਕ ਦੇਖਦੇ ਰਹੋ ਤੁਸੀਂ ਸਾਡਾ ਪ੍ਰੋਗਰਾਮ ਕੌਣ ਬਣੇਗਾ ਗੁਰੂ ਦਾ ਪਿਆਰਾ।